ਵੈਲਕਮ ਟੂ ਮਾਈ YouTube ਚੈਨਲ ਆਰਕੇ ਸਟੱਡੀ ਪੁਆਇੰਟ। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਪੀਐਸ ਟੈਟ ਸੀਟੈਟ ਲਈ ਮੋਸਟ ਇੰਪੋਰਟੈਂਟ ਕੁਐਸਚਨ ਐਸਐਸਟੀ ਦੇ ਕਵਰ ਕਰਨ ਜਾ ਰਹੇ ਹਾਂ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਗੱਲ ਕਰਦੇ ਹਾਂ ਮੁੱਢਲੇ ਰਾਜ ਦੀ। ਤਾਂ ਅਸ਼ਵਮੇਧ ਯੱਗ ਵਿੱਚ ਕਿਸ ਦੀ ਕੁਰਬਾਨੀ ਕੀਤੀ ਜਾਂਦੀ ਹੈ? ਤਾਂ ਅਸ਼ਵਮੇਧ ਯੱਗ ਵਿੱਚ ਘੋੜੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਅਸ਼ਵਮੇਧ ਯੱਗ ਵਿੱਚ ਕਿੰਨਾਂ ਲੋਕਾਂ ਨੂੰ ਭਾਗ ਲੈਣ ਦੀ ਇਜਾਜ਼ਤ ਨਹੀਂ ਸੀ? ਤਾਂ ਸ਼ੂਦਰ ਨੂੰ ਅਸ਼ਵਮੇਧ ਯੱਗ ਵਿੱਚ ਭਾਗ ਲੈਣ ਦੀ ਇਜਾਜ਼ਤ ਨਹੀਂ ਸੀ। ਮਹਾਜਨਪਦ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ? ਤਾਂ ਇਹ ਸ਼ਹਿਰੀ ਅਤੇ ਪੈਰ ਤੋਂ ਮਿਲ ਕੇ ਬਣਿਆ ਹੈ। ਇਹਨਾਂ ਵਿੱਚੋਂ ਕਿਸ ਦੀ ਕਿਲ੍ਹੇਬੰਦੀ ਕੀਤੀ ਜਾਂਦੀ ਸੀ? ਤਾਂ ਮਹਾਜਨਪਦ ਦੀ ਰਾਜਧਾਨੀ ਦੀ ਕਿਲ੍ਹੇਬੰਦੀ ਕੀਤੀ ਜਾਂਦੀ ਸੀ। ਪੈਦਾਵਾਰ ਦਾ 1/6 ਹਿੱਸਾ ਟੈਕਸ ਦੇ ਰੂਪ ਵਿੱਚ ਕਿਸ ਤੋਂ ਲਿਆ ਜਾਂਦਾ ਸੀ? ਤਾਂ ਕਿਸਾਨਾਂ ਤੋਂ ਪੈਦਾਵਾਰ ਦਾ 1/6 ਹਿੱਸਾ ਟੈਕਸ ਦੇ ਰੂਪ ਵਿੱਚ ਲਿਆ ਜਾਂਦਾ ਸੀ। ਤਾਂ ਰਾਜਗੀਰੀ ਨੂੰ ਅੱਜ ਕੱਲ੍ਹ ਕੀ ਕਹਿੰਦੇ ਹਨ? ਤਾਂ ਰਾਜਗੀਰੀ ਨੂੰ ਰਾਜਗੀਰ ਵੀ ਕਹਿੰਦੇ ਹਨ। ਤੇ ਸਿਕੰਦਰ ਇੱਕ ਰਾਜਾ ਸੀ ਜਿਹੜਾ ਕਿੱਥੋਂ ਦਾ ਰਹਿਣ ਵਾਲਾ ਸੀ? ਤਾਂ ਉਹ ਮੈਸੀਡੋਨੀਆ ਦਾ ਰਹਿਣ ਵਾਲਾ ਸੀ। ਕਿਹੜੇ ਦਰਿਆ ਦੇ ਉੱਪਰ ਸਿਕੰਦਰ ਦੀ ਫੌਜ ਰੁਕੀ ਸੀ? ਤਾਂ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਬਿਆਸ ਦਰਿਆ ਦੇ ਉੱਪਰ ਸਿਕੰਦਰ ਦੀ ਫੌਜ ਰੁਕੀ ਸੀ। ਤੇ ਵੱਜੀ ਦੀ ਰਾਜਧਾਨੀ ਕੀ ਹੈ? ਵੈਸ਼ਾਲੀ। PGW ਕਿਸ ਦੀ ਕਿਸਮ ਹੈ? ਤਾਂ ਮਿੱਟੀ ਦੇ ਭਾਂਡਿਆਂ ਦੀ ਕਿਸਮ ਹੈ। ਕੰਮਕਾਰ ਸ਼ਬਦ ਕਿੰਨਾਂ ਜਮਾਤਾਂ ਲਈ ਵਰਤਿਆ ਜਾਂਦਾ ਸੀ? ਤਾਂ ਬੇਜ਼ਮੀਨੇ ਅਤੇ ਮਜ਼ਦੂਰ ਲੋਕਾਂ ਲਈ ਕੰਮਕਾਰ ਸ਼ਬਦ ਵਰਤਿਆ ਜਾਂਦਾ ਸੀ। ਰਾਜਗ੍ਰਹਿ ਕਿੱਥੇ ਹੈ? ਤਾਂ ਇਹ ਬਿਹਾਰ ਵਿੱਚ ਹੈ। ਭਾਗ ਕੀ ਸੀ? ਚੀਜ਼ ਦੀ ਖਰੀਦ ਵੇਚ 'ਤੇ ਜੋ ਟੈਕਸ ਲਗਾਇਆ ਜਾਂਦਾ ਸੀ ਉਸਨੂੰ ਭਾਗ ਕਹਿੰਦੇ ਸਨ। ਪੁਰਾਣਾ ਕਿਲ੍ਹਾ ਜਨਪਦ ਵਿੱਚ ਇੱਕ ਬਸਤੀ ਸੀ ਜਿਸ ਦੀ ਅੱਜ ਕੱਲ੍ਹ ਸਥਿਤ ਹੈ ਨਵੀਂ ਦਿੱਲੀ ਵਿੱਚ। ਅਜਾਤਸ਼ਤਰੂ ਨੇ ਸਲਾਹ ਲੈਣ ਲਈ ਆਪਣੇ ਮੰਤਰੀ ਨੂੰ ਬੁੱਧ ਕੋਲ ਭੇਜਿਆ। ਉਸਦੇ ਮੰਤਰੀ ਦਾ ਨਾਂ ਕੀ ਸੀ? ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਉਸਦੇ ਮੰਤਰੀ ਦਾ ਨਾਂ ਸੀ ਵਾਸਾਕਾਰਾ। ਮਹਾਪਰਮਾਨੰਦ ਕੌਣ ਸੀ? ਤਾਂ ਉਹ ਮਗਧ ਦਾ ਇੱਕ ਮਸ਼ਹੂਰ ਰਾਜਾ ਸੀ। ਅੱਗੇ ਗੱਲ ਕਰਦੇ ਹਾਂ ਅਸੀਂ ਨਵੇਂ ਵਿਚਾਰ ਦੀ। ਤਾਂ ਬੁੱਧ ਸ਼ਬਦ ਦਾ ਕੀ ਅਰਥ ਹੈ? ਤਾਂ ਬੁੱਧ ਦਾ ਅਰਥ ਹੈ ਸਿਆਣਾ ਵਿਅਕਤੀ। ਬੁੱਧ ਮਤ ਦੀ ਨੀਂਹ ਕਿਸ ਨੇ ਰੱਖੀ ਸੀ? ਤਾਂ ਮਹਾਤਮਾ ਗੌਤਮ ਬੁੱਧ ਨੇ ਰੱਖੀ ਸੀ। ਜੈਨ ਧਰਮ ਦੀ ਨੀਂਹ ਮਹਾਵੀਰ ਸਵਾਮੀ ਨੇ ਰੱਖੀ ਸੀ। ਵਿਨੈ ਪਿਟਕ ਕਿਸ ਧਰਮ ਦੀ ਪਵਿੱਤਰ ਪੁਸਤਕ ਹੈ? ਤਾਂ ਬੁੱਧ ਧਰਮ ਦੀ ਪਵਿੱਤਰ ਪੁਸਤਕ ਹੈ। ਮਹਾਤਮਾ ਬੁੱਧ ਆਪਣੀ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਸਨ? ਤਾਂ ਪਾਲੀ ਭਾਸ਼ਾ ਦੀ ਵਰਤੋਂ ਕਰਦੇ ਸਨ। ਤੇ 4 ਮਹਾਂਦ੍ਰਿਸ਼ਾਂ ਦਾ ਸੰਬੰਧ ਕਿਸ ਨਾਲ ਹੈ? ਤਾਂ ਮਹਾਤਮਾ ਬੁੱਧ ਨਾਲ ਹੈ। ਔਰਤ ਉਪਨਿਸ਼ਦ ਚਿੰਤਕ ਸੀ ਗਾਰਗੀ। ਮਹਾਵੀਰ ਕਿਸ ਕਬੀਲੇ ਨਾਲ ਸੰਬੰਧ ਰੱਖਦੇ ਸਨ? ਤਾਂ ਉਹ ਗਿਆਤਰਿਕ ਕੁਲ ਨਾਲ ਸੰਬੰਧ ਰੱਖਦੇ ਸਨ। ਬੁੱਧ ਕਿੱਥੋਂ ਦਾ ਰਾਜਕੁਮਾਰ ਸੀ? ਤਾਂ ਉਹ ਕਪਿਲਵਸਤੂ ਦਾ ਰਾਜਕੁਮਾਰ ਸੀ। ਜੈਨ ਧਰਮ ਨੂੰ ਅੰਦਰੂਨੀ ਤੌਰ 'ਤੇ ਕਿਸ ਵਰਗ ਦੁਆਰਾ ਸਹਾਇਤਾ ਪ੍ਰਾਪਤ ਸੀ? ਤਾਂ ਵਪਾਰੀਆਂ ਦੁਆਰਾ ਜੈਨ ਧਰਮ ਨੂੰ ਅੰਦਰੂਨੀ ਤੌਰ 'ਤੇ ਸਹਾਇਤਾ ਪ੍ਰਾਪਤ ਸੀ। ਜੈਨ ਸ਼ਬਦ ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਤੋਂ ਲਿਆ ਗਿਆ ਹੈ? ਤਾਂ ਜੈਨ ਸ਼ਬਦ ਜਿੰਨ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਜੇਤੂ। ਕਿਸ ਦੇ ਆਧਾਰ 'ਤੇ ਮਹਾਵੀਰ ਦੀ ਮੌਤ ਦੀ ਮਿਤੀ 468 BC ਮੰਨੀ ਜਾਂਦੀ ਹੈ? ਤਾਂ ਹੇਮਚੰਦਰ ਦੇ ਆਧਾਰ 'ਤੇ ਮਹਾਵੀਰ ਦੀ ਮੌਤ ਦੀ ਮਿਤੀ 468 ਮੰਨੀ ਜਾਂਦੀ ਹੈ। ਮਹਾਵੀਰ ਨੇ ਸਰਵਉੱਚ ਗਿਆਨ ਦੀ ਪ੍ਰਾਪਤੀ ਕੈਵਲਿਆ ਕਿੱਥੋਂ ਪ੍ਰਾਪਤ ਕੀਤਾ ਸੀ? ਤਾਂ ਉਹਨਾਂ ਨੇ ਕੁੰਡਲਗ੍ਰਾਮ ਅਥਵਾ ਕੁੰਡਗ੍ਰਾਮ ਤੋਂ ਗਿਆਨ ਦੀ ਪ੍ਰਾਪਤੀ ਕੀਤੀ ਸੀ। ਵਰਧਮਾਨ ਮਹਾਵੀਰ ਜੈਨ ਧਰਮ ਦੇ ਕਿੰਨਵੇਂ ਤੀਰਥੰਕਰ ਸਨ? ਤਾਂ ਵਰਧਮਾਨ ਮਹਾਵੀਰ ਜੈਨ ਧਰਮ ਦੇ ਅਖੀਰਲੇ ਅਥਵਾ 24ਵੇਂ ਤੀਰਥੰਕਰ ਸਨ। ਮਹਾਵੀਰ ਸੱਚ ਦੀ ਭਾਲ ਵਿੱਚ ਕਿੰਨੇ ਸਾਲ ਘੁੰਮਦਾ ਫਿਰਦਾ ਰਿਹਾ ਸੀ? ਤਾਂ 12 ਸਾਲ ਘੁੰਮਦਾ ਫਿਰਦਾ ਰਿਹਾ ਸੀ। ਅਤੇ ਤ੍ਰੈ ਰਤਨ ਵਿੱਚ ਸ਼ਾਮਿਲ ਨਹੀਂ ਹੈ, ਸੱਚਾ ਵਚਨ ਸ਼ਾਮਿਲ ਨਹੀਂ ਹੈ। ਅੱਗੇ ਆ ਜਾਂਦਾ ਹੈ ਦੱਖਣੀ ਭਾਰਤ ਵਿੱਚ ਜੈਨ ਧਰਮ ਦਾ ਪ੍ਰਚਾਰ ਕੀਤਾ ਸੀ ਭੱਦਰਬਾਹੂ ਨੇ। ਜੈਨ ਧਰਮ ਦੀ ਪਵਿੱਤਰ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ ਜਾਂ ਉਸਦਾ ਨਾਮ ਕੀ ਹੈ? ਤਾਂ ਉਸਦਾ ਨਾਮ ਅੰਗ ਹੈ। ਪਹਿਲੀ ਜੈਨ ਮਹਾਂਸਭਾ ਵੈਸ਼ਾਲੀ ਵਿੱਚ ਹੋਈ ਸੀ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਮਹਾਵੀਰ ਦੇ ਅਨੁਯਾਈਆਂ ਨੂੰ ਨਿਰਗੰਥ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਉਹ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਚੁੱਕੇ ਸਨ। ਮਹਾਤਮਾ ਬੁੱਧ ਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਆਪਣਾ ਪਹਿਲਾ ਧਾਰਮਿਕ ਉਪਦੇਸ਼ ਕਿੱਥੇ ਦਿੱਤਾ ਸੀ? ਤਾਂ ਸਾਰਨਾਥ ਵਿਖੇ ਦਿੱਤਾ ਸੀ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਜੈਨ ਧਰਮ ਦੀ ਉਹ ਪੁਸਤਕ ਜਿਨ੍ਹਾਂ ਵਿੱਚ ਤੀਰਥੰਕਰਾਂ ਦੀਆਂ ਜੀਵਨੀਆਂ ਹਨ ਉਹਨੂੰ ਕਲਪ ਸੂਤਰ ਕਿਹਾ ਜਾਂਦਾ ਹੈ। ਮਹਾਵੀਰ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ ਸੀ ਪਿੱਪਲ ਦੇ ਦਰਖਤ ਹੇਠਾਂ। ਮਹਾਤਮਾ ਬੁੱਧ ਦਾ ਅਸਲ ਨਾਮ ਸਿਧਾਰਥ ਸੀ। ਮਹਾਤਮਾ ਬੁੱਧ ਦੇ ਸਾਰਨਾਥ ਵਿਖੇ ਦਿੱਤੇ ਪਹਿਲੇ ਉਪਦੇਸ਼ ਨੂੰ ਕੀ ਕਿਹਾ ਜਾਂਦਾ ਹੈ? ਤਾਂ ਧਰਮ ਚੱਕਰ ਪਰਿਵਰਤਨ ਅਥਵਾ ਧੰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ। ਤੀਜੀ ਬੋਧੀ ਮਹਾਂਸਭਾ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ। ਤਾਂ ਇਸ ਦੀ ਪ੍ਰਧਾਨਗੀ ਮੋਂਗਲੀਪਤ ਨੇ ਕੀਤੀ ਸੀ। ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਬੋਧ ਗਇਆ ਵਿਖੇ। ਚੌਥੀ ਬੋਧੀ ਮਹਾਂਸਭਾ ਕਿੱਥੇ ਹੋਈ ਸੀ? ਤਾਂ ਕਸ਼ਮੀਰ ਵਿੱਚ ਹੋਈ ਸੀ। ਦੱਖਣ ਵਿੱਚ ਬੁੱਧ ਧਰਮ ਦਾ ਮੁੱਖ ਕੇਂਦਰ ਸੀ ਅਮਰਾਵਤੀ ਤੇ ਨਾਗਾਰਜੁਨ ਕੁੰਡਾ। ਮਹਾਤਮਾ ਬੁੱਧ ਦਾ ਕਿਹੜਾ ਸ਼ਿਸ਼ ਕੁਸ਼ੀਨਗਰ ਵਿਖੇ ਉਸ ਦੀ ਮੌਤ ਦੇ ਸਮੇਂ ਉਸ ਦੇ ਨਾਲ ਸੀ? ਤਾਂ ਮਹਾਤਮਾ ਬੁੱਧ ਦਾ ਸ਼ਿਸ਼ ਆਨੰਦ ਕੁਸ਼ੀਨਗਰ ਵਿਖੇ ਉਸ ਦੀ ਮੌਤ ਦੇ ਸਮੇਂ ਉਸ ਦੇ ਨਾਲ ਸੀ। ਮਹਾਤਮਾ ਬੁੱਧ ਦੇ ਜਨਮ ਸਥਾਨ 'ਤੇ ਕੀ ਬਣਿਆ ਹੋਇਆ ਹੈ? ਤਾਂ ਅਸ਼ੋਕ ਦਾ ਰੁਮਨਦੇਹੀ ਸਤੰਭ ਮਹਾਤਮਾ ਬੁੱਧ ਦੇ ਜਨਮ ਸਥਾਨ 'ਤੇ ਬਣਿਆ ਹੋਇਆ ਹੈ। ਬੋਧੀ ਸਤੂਪ ਭਵਨ ਨਿਰਮਾਣ ਕਰਨ ਦੀ ਮੁੱਢਲੀ ਉਦਾਹਰਣ ਹੈ? ਤਾਂ ਸਾਰਨਾਥ ਬੋਧੀ ਸਤੂਪ ਭਵਨ ਨਿਰਮਾਣ ਕਰਨ ਦੀ ਮੁੱਢਲੀ ਉਦਾਹਰਣ ਹੈ।
ਅੱਗੇ ਗੱਲ ਕਰਦੇ ਹਾਂ ਅਸੀਂ ਪਹਿਲਾ ਸਾਮਰਾਜ ਦੀ। ਤਾਂ ਮੌਰੀਆ ਵੰਸ਼ ਦਾ ਸੰਸਥਾਪਕ ਕੌਣ ਸੀ? ਤਾਂ ਚੰਦਰਗੁਪਤ ਮੌਰੀਆ ਮੌਰੀਆ ਵੰਸ਼ ਦਾ ਸੰਸਥਾਪਕ ਸੀ। ਅਸ਼ੋਕ ਦੇ ਦਾਦੇ ਦਾ ਕੀ ਨਾਮ ਸੀ? ਤਾਂ ਅਸ਼ੋਕ ਦੇ ਦਾਦੇ ਦਾ ਨਾਮ ਚੰਦਰਗੁਪਤ ਮੌਰੀਆ ਸੀ। ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਯੂਨਾਨੀ ਰਾਜਦੂਤ ਜੋ ਆਇਆ ਸੀ ਉਸਦਾ ਕੀ ਨਾਮ ਸੀ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ। ਤਾਂ ਯੂਨਾਨੀ ਰਾਜਦੂਤ ਜੋ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਆਇਆ ਸੀ ਉਸਦਾ ਨਾਮ ਮੈਗਸਥਨੀਜ਼ ਸੀ। ਸਲਿਊਕਸ ਕਿੱਥੋਂ ਦਾ ਸ਼ਾਸਕ ਸੀ? ਤਾਂ ਉਹ ਪੱਛਮੀ ਏਸ਼ੀਆ ਦਾ ਸ਼ਾਸਕ ਸੀ। ਵਰਤਮਾਨ ਸਮੇਂ ਪਾਟਲੀਪੁੱਤਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਪਾਟਲੀਪੁੱਤਰ ਨੂੰ ਪਟਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੌਰੀਆ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? ਤਾਂ ਅਸ਼ੋਕ ਮੌਰੀਆ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ। ਸਮਰਾਟ ਅਸ਼ੋਕ ਦੇ ਅਭਿਲੇਖ ਕਿਸ ਵਿੱਚ ਭਾਸ਼ਾ ਵਿੱਚ ਲਿਖੇ ਗਏ ਸਨ? ਤਾਂ ਉਸਦੇ ਅਭਿਲੇਖ ਪ੍ਰਾਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਸਨ। ਅਸ਼ੋਕ ਦੇ ਸਤੰਭ ਲੇਖਾਂ ਦੀ ਖੋਜ ਕਦੋਂ ਹੋਈ ਸੀ? ਤਾਂ 18ਵੀਂ ਸਦੀ ਵਿੱਚ ਹੋਈ ਸੀ। ਤੇ ਕਿਹੜੇ ਦੋ ਅਭਿਲੇਖਾਂ ਵਿੱਚ ਸਮਰਾਟ ਅਸ਼ੋਕ ਦਾ ਨਾਮ ਦਰਜ ਹੈ? ਤਾਂ ਸਾਂਚੀ ਦਾ ਛੋਟਾ ਅਭਿਲੇਖ ਵਿੱਚ ਵੀ ਸਮਰਾਟ ਅਸ਼ੋਕ ਦਾ ਨਾਮ ਦਰਜ ਹੈ। ਤੇ ਕਿਹੜੇ ਸਤੰਭ ਲੇਖ ਵਿੱਚ ਅਸ਼ੋਕ ਕਹਿੰਦਾ ਹੈ ਕਿ ਸਾਰੇ ਮੇਰੇ ਬੱਚੇ ਹਨ? ਤੇ ਇੱਥੇ ਆਪਸ਼ਨ ਦਿੱਤੀ ਹੈ ਸਤੰਭ ਲੇਖ 6, ਸਤੰਭ ਲੇਖ 1, ਕਲਿੰਗਾ ਸਤੰਭ 1, ਤਰਾਈ ਸ਼ਿਲਾਲੇਖ। ਤੇ ਇਹਨਾਂ ਵਿੱਚੋਂ ਕਿਸੇ ਵਿੱਚ ਵੀ ਅਸ਼ੋਕ ਨਹੀਂ ਕਹਿੰਦਾ ਕਿ ਸਾਰੇ ਮੇਰੇ ਬੱਚੇ ਹਨ। ਇਹ ਤੁਸੀਂ ਕਮੈਂਟ ਬਾਕਸ ਵਿੱਚ ਇਸ ਦਾ ਆਨਸਰ ਦਿਓਗੇ ਕਿ ਕਿਹੜੇ ਸਤੰਭ ਲੇਖ ਵਿੱਚ ਅਸ਼ੋਕ ਕਹਿੰਦਾ ਹੈ ਕਿ ਸਾਰੇ ਮੇਰੇ ਬੱਚੇ ਹਨ। ਸਤੰਭ ਤੇ ਸਭ ਤੋਂ ਮਹੱਤਵਪੂਰਨ ਇਕਲੌਤਾ ਸਾਹਿਤਕ ਸਰੋਤ ਹੈ ਪੁਰਾਣ। ਅਸ਼ੋਕ ਦਾ ਕਿਹੜਾ ਪ੍ਰਮੁੱਖ ਸ਼ਿਲਾਲੇਖ ਅਸ਼ੋਕ ਦੇ ਧੰਮ ਦੀ ਵਿਆਖਿਆ ਕਰਦਾ ਹੈ? ਤਾਂ 11ਵਾਂ ਸ਼ਿਲਾਲੇਖ ਅਸ਼ੋਕ ਦੇ ਧੰਮ ਦੀ ਵਿਆਖਿਆ ਕਰਦਾ ਹੈ। ਕਲਿੰਗਾ ਕਿਹੜੇ ਪ੍ਰਾਂਤ ਦਾ ਪ੍ਰਾਚੀਨ ਨਾਂ ਹੈ? ਤਾਂ ਉੜੀਸਾ ਦੇ ਤੱਟੀ ਇਲਾਕੇ ਦਾ ਨਾਮ ਕਲਿੰਗਾ ਹੈ। ਅਸ਼ੋਕ ਦੇ ਅਭਿਲੇਖਾਂ ਅਨੁਸਾਰ ਕਲਿੰਗਾ ਦੀ ਜਿੱਤ ਸਮੇਂ ਅਸ਼ੋਕ ਦੇ ਕਿੰਨੇ ਸਿਪਾਹੀ ਮਾਰੇ ਗਏ ਸਨ? ਤਾਂ 1 ਲੱਖ ਸਿਪਾਹੀ ਮਾਰੇ ਗਏ ਸਨ। ਭਾਰਤ ਤੋਂ ਬਾਹਰ ਹੋਰ ਕਿਹੜੇ ਦੇਸ਼ ਵਿੱਚ ਅਸ਼ੋਕ ਦੇ ਅਭਿਲੇਖ ਮਿਲੇ ਹਨ? ਤਾਂ ਨੇਪਾਲ, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਅਸ਼ੋਕ ਦੇ ਅਭਿਲੇਖ ਮਿਲੇ ਹਨ। ਕਦੋਂ ਅਤੇ ਕਿਸ ਨੇ ਸਭ ਤੋਂ ਪਹਿਲਾਂ ਅਸ਼ੋਕ ਦੇ ਅਭਿਲੇਖ ਅਤੇ ਉਹਨਾਂ ਦੀ ਬ੍ਰਹਮੀ ਲਿਪੀ ਨੂੰ ਪੜ੍ਹਿਆ ਸੀ? ਤਾਂ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਜੇਮਸ ਪ੍ਰਿੰਸਪ ਨੇ ਸਭ ਤੋਂ ਪਹਿਲਾਂ 1837 ਵਿੱਚ ਅਸ਼ੋਕ ਦੇ ਅਭਿਲੇਖਾਂ ਦੀ ਬ੍ਰਹਮੀ ਲਿਪੀ ਨੂੰ ਪੜ੍ਹਿਆ ਸੀ। ਅਸ਼ੋਕ ਦੇ ਜ਼ਿਆਦਾਤਰ ਅਭਿਲੇਖ ਪ੍ਰਾਕ੍ਰਿਤ ਭਾਸ਼ਾ ਵਿੱਚ ਹਨ। ਕਿਉਂ? ਕਿਉਂਕਿ ਪ੍ਰਾਕ੍ਰਿਤ ਉਸ ਸਮੇਂ ਦੀ ਰਾਜ ਭਾਸ਼ਾ ਸੀ। ਅਸ਼ੋਕ ਦੇ ਕਿਹੜੇ ਅਭਿਲੇਖ ਤੋਂ ਬੁੱਧ ਧਰਮ ਦੇ ਸ਼ਾਸਕਾਂ ਦਾ ਪਤਾ ਲੱਗਦਾ ਹੈ? ਤਾਂ ਅਸ਼ੋਕ ਦੇ ਮਾਸਕੀ ਅਭਿਲੇਖ ਤੋਂ ਬੁੱਧ ਧਰਮ ਦੇ ਸ਼ਾਸਕਾਂ ਦਾ ਪਤਾ ਲੱਗਦਾ ਹੈ। ਮਾਨਸੇਰਾ ਅਤੇ ਸਾਹਬਾਨਗੜੀ ਵਿੱਚ ਅਸ਼ੋਕ ਦੇ 2 ਅਭਿਲੇਖ ਮਿਲੇ ਹਨ। ਉਹਨਾਂ ਦੀ ਭਾਸ਼ਾ ਕਿਹੜੀ ਹੈ? ਤਾਂ ਉਹਨਾਂ ਦੀ ਭਾਸ਼ਾ ਹੈ ਪ੍ਰਾਕ੍ਰਿਤ। 3 ਸ਼ੇਰਾਂ ਵਾਲਾ ਰਾਸ਼ਟਰੀ ਚਿੰਨ੍ਹ ਅਸ਼ੋਕ ਦੇ ਕਿਹੜੇ ਸਤੰਭ ਲੇਖ ਤੋਂ ਲਿਆ ਗਿਆ ਹੈ? ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। 3 ਸ਼ੇਰਾਂ ਵਾਲਾ ਰਾਸ਼ਟਰੀ ਚਿੰਨ੍ਹ ਅਸ਼ੋਕ ਦੇ ਸਾਰਨਾਥ ਸਤੰਭ ਲੇਖ ਤੋਂ ਲਿਆ ਗਿਆ ਹੈ। ਸਾਮਰਾਜ ਅਤੇ ਰਾਜ ਵਿੱਚ ਕੀ ਅੰਤਰ ਹੈ? ਤਾਂ ਸਾਮਰਾਜ ਰਾਜ ਨਾਲੋਂ ਵੱਡਾ ਹੁੰਦਾ ਹੈ ਤੇ ਇਸ ਦੀ ਰੱਖਿਆ ਲਈ ਵੱਡੀ ਸੈਨਾ ਦੀ ਲੋੜ ਹੁੰਦੀ ਹੈ। ਮੌਰੀਆ ਦਰਬਾਰ ਵਿੱਚ ਮੈਗਸਥਨੀਜ਼ ਕਿਸ ਹੈਸੀਅਤ ਦੇ ਤੌਰ ਤੇ ਆਇਆ ਸੀ? ਤਾਂ ਸਲਿਊਕਸ ਦੇ ਰਾਜਦੂਤ ਦੇ ਤੌਰ ਤੇ ਉਹ ਮੌਰੀਆ ਦਰਬਾਰ ਵਿੱਚ ਆਇਆ ਸੀ। ਕਿਹੜੇ ਪੱਛਮੀ ਵਿਦਵਾਨ ਨੇ ਰੋਮ ਤੋਂ ਭਾਰਤ ਨੂੰ ਸੋਨਾ ਆਯਾਤ ਕਰਨ ਤੇ ਅਫਸੋਸ ਪ੍ਰਗਟਾਇਆ ਸੀ? ਤਾਂ ਏਰੀਅਨ ਨੇ ਅਫਸੋਸ ਪ੍ਰਗਟਾਇਆ ਸੀ। ਤੇ ਕਈ ਥਾਵਾਂ ਤੇ ਇੱਥੇ ਪਲਨੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਮੌਰੀਆ ਕਾਲ ਵਿੱਚ ਸੀਤਾ ਸ਼ਬਦ ਵਰਤਿਆ ਜਾਂਦਾ ਸੀ ਸ਼ਾਹੀ ਪਿੰਡ ਲਈ। ਮੌਰੀਆ ਕਾਲ ਵਿੱਚ ਸੜਕ ਕਰ ਅਰਥਾਤ ਰੋਡ ਟੈਕਸ ਵਸੂਲਣ ਵਾਲੇ ਅਧਿਕਾਰੀ ਨੂੰ ਸੁਲਕ ਅਧਿਕਸ਼ ਕਿਹਾ ਜਾਂਦਾ ਸੀ। ਮੌਰੀਆ ਕਾਲ ਦੇ ਚਾਂਦੀ ਦੇ ਸਿੱਕੇ ਦਾ ਨਾਮ ਕੀ ਸੀ? ਤਾਂ ਸਰਮਨ ਸੀ। ਮੌਰੀਆ ਕਾਲ ਦੇ ਚਾਂਦੀ ਦੇ ਸਿੱਕੇ ਦਾ ਨਾਮ। ਮੈਗਸਥਨੀਜ਼ ਦੀ ਕਿਤਾਬ ਦਾ ਨਾਮ ਸੀ ਇੰਡਿਕਾ। ਚੰਦਰਗੁਪਤ ਮੌਰੀਆ ਦੇ ਮੁੱਢਲੇ ਜੀਵਨ ਤੇ ਕਿਹੜਾ ਸਰੋਤ ਚਾਨਣਾ ਪਾਉਂਦਾ ਹੈ? ਤਾਂ ਬੋਧੀ ਸਰੋਤ ਉਸਦੇ ਮੁੱਢਲੇ ਜੀਵਨ ਤੇ ਚਾਨਣਾ ਪਾਉਂਦਾ ਹੈ। ਯੂਨਾਨੀ ਸਰੋਤਾਂ ਵਿੱਚ ਚੰਦਰਗੁਪਤ ਮੌਰੀਆ ਦਾ ਨਾਮ ਸੈਂਡਰੋਕੋਟਸ ਸੀ। ਤਾਂ ਇਹ ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਕਿ ਯੂਨਾਨੀ ਸਰੋਤਾਂ ਵਿੱਚ ਚੰਦਰਗੁਪਤ ਮੌਰੀਆ ਦਾ ਕੀ ਨਾਮ ਸੀ? ਸੈਂਡਰੋਕੋਟਸ। ਕਿਹੜੇ ਮੌਰੀਆ ਸ਼ਾਸਕ ਨੇ ਰਾਜਗੱਦੀ ਤਿਆਗ ਕੇ ਜੈਨ ਧਰਮ ਅਪਣਾ ਲਿਆ ਸੀ? ਤਾਂ ਚੰਦਰਗੁਪਤ ਮੌਰੀਆ ਨੇ ਰਾਜਗੱਦੀ ਤਿਆਗ ਕੇ ਜੈਨ ਧਰਮ ਅਪਣਾ ਲਿਆ ਸੀ। ਪੁਰਾਣਾਂ ਦੇ ਅਨੁਸਾਰ ਮੌਰੀਆ ਵੰਸ਼ ਦੇ ਕਿੰਨੇ ਸਮਾਂ ਸ਼ਾਸਨ ਕੀਤਾ ਸੀ? ਤਾਂ 137 ਸਾਲ ਪੁਰਾਣਾਂ ਅਨੁਸਾਰ ਮੌਰੀਆ ਵੰਸ਼ ਨੇ ਸ਼ਾਸਨ ਕੀਤਾ ਸੀ। ਮੌਰੀਆ ਕਾਲ ਵਿੱਚ ਸਿਵਲ ਕਰਮਚਾਰੀਆਂ ਨੂੰ ਕੀ ਕਿਹਾ ਜਾਂਦਾ ਸੀ? ਤਾਂ ਮੌਰੀਆ ਕਾਲ ਵਿੱਚ ਸਿਵਲ ਕਰਮਚਾਰੀਆਂ ਨੂੰ ਅਮਾਤਯ ਕਿਹਾ ਜਾਂਦਾ ਸੀ। ਅੱਗੇ ਆ ਜਾਂਦਾ ਹੈ ਕਿ ਕਿਹੜੇ ਸ਼ਿਲਾਲੇਖ ਤੋਂ ਸਮਰਾਟ ਅਸ਼ੋਕ ਬਾਰੇ ਜਾਣਕਾਰੀ ਮਿਲਦੀ ਹੈ? ਤਾਂ ਸ਼ਿਲਾਲੇਖ 5 ਤੋਂ ਸਮਰਾਟ ਅਸ਼ੋਕ ਬਾਰੇ ਜਾਣਕਾਰੀ ਮਿਲਦੀ ਹੈ। ਅਸ਼ੋਕ ਚੱਕਰ ਵਿੱਚ ਕੁੱਲ ਕਿੰਨੀਆਂ ਅਰਾਂ ਹਨ? ਤਾਂ ਅਸ਼ੋਕ ਚੱਕਰ ਵਿੱਚ ਕੁੱਲ 24 ਅਰਾਂ ਹਨ। ਅਸ਼ੋਕ ਦੇ ਪੁੱਤਰ ਦਾ ਨਾਮ ਸੀ ਮਹਿੰਦਰ। ਔਰ ਮੌਰੀਆ ਕਾਲ ਵਿੱਚ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਕਿਹੜਾ ਸੀ? ਤਾਂ ਮੌਰੀਆ ਕਾਲ ਵਿੱਚ ਟੈਕਸਲਾ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਸੀ। ਅਸ਼ੋਕ ਦੇ ਅਭਿਲੇਖ ਵਿੱਚ ਉਸਦੇ ਕਿਹੜੇ ਪੁੱਤਰ ਦਾ ਨਾਮ ਦਰਜ ਹੈ? ਤਾਂ ਅਸ਼ੋਕ ਦੇ ਅਭਿਲੇਖ ਵਿੱਚ ਉਸਦੇ ਪੁੱਤਰ ਤਿਵਰਾ ਦਾ ਨਾਮ ਦਰਜ ਹੈ। ਮੌਰੀਆ ਕਾਲ ਵਿੱਚ ਧਰਮ ਮਹਾਮਾਤਰ ਸਨ ਅਧਿਕਾਰੀ।
ਅਸ਼ੋਕ ਨੇ ਕਿਹੜੇ ਪਸ਼ੂਆਂ ਦੇ ਕਤਲੇਆਮ ਤੇ ਪੂਰਨ ਪਾਬੰਦੀ ਲਗਾਈ ਸੀ? ਤਾਂ ਉਸਨੇ ਬੱਕਰੀਆਂ, ਬਾਰਾਸਿੰਗਾ, ਹਿਰਨ, ਗੈਂਡੇ ਸਾਰਿਆਂ ਦੇ ਕਤਲੇਆਮ ਤੇ ਹੀ ਪੂਰਨ ਤੌਰ ਤੇ ਪਾਬੰਦੀ ਲਗਾਈ ਸੀ। ਤਾਂ ਸ਼ਹਿਰ ਦੇ ਮੁਖੀ ਦਾ ਸਭ ਤੋਂ ਮਹੱਤਵਪੂਰਨ ਡਿਊਟੀ ਸੀ ਉਸ ਸਮੇਂ ਕਾਨੂੰਨ ਅਤੇ ਵਿਵਸਥਾ ਬਰਕਰਾਰ ਰੱਖਣਾ। ਅਸ਼ੋਕ ਦੇ ਧੰਮ ਦਾ ਮੁੱਖ ਨੁਕਤਾ ਕੀ ਸੀ? ਉਦਾਰਤਾ ਅਸ਼ੋਕ ਦੇ ਧੰਮ ਦਾ ਮੁੱਖ ਨੁਕਤਾ ਸੀ। ਕਿਹੜੇ ਮੌਰੀਆ ਪ੍ਰਾਂਤ ਵਿੱਚ ਵਿਦੇਸ਼ੀ ਅਰਥਾਤ ਯਵਨ ਯੂਨਾਨੀ ਗਵਰਨਰ ਸੀ? ਤਾਂ ਉਜੈਨ ਵਿੱਚ ਵਿਦੇਸ਼ੀ ਯਵਨ ਯੂਨਾਨੀ ਗਵਰਨਰ ਸੀ। ਅਸ਼ੋਕ ਤੋਂ ਬਾਅਦ ਅਗਲਾ ਮੌਰੀਆ ਸ਼ਾਸਕ ਕੌਣ ਸੀ? ਤਾਂ ਅਸ਼ੋਕ ਤੋਂ ਬਾਅਦ ਅਗਲਾ ਮੌਰੀਆ ਸ਼ਾਸਕ ਸੁਭਾਗ ਸੇਨ ਸੀ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਵੀਡੀਓ ਬਹੁਤ ਪਸੰਦ ਆਇਆ ਹੋਵੇਗਾ। ਇੱਦਾਂ ਦੇ ਹੋਰ ਵੀਡੀਓ ਪਾਉਣ ਲਈ ਜੁੜੇ ਰਹੋ ਸਾਡੇ ਚੈਨਲ ਆਰ ਕੇ ਸਟੱਡੀ ਪੁਆਇੰਟ ਨਾਲ। ਥੈਂਕ ਯੂ।